ਸਨਮਾਨਯੋਗ ਸਤ ਸੰਗਤ ਜੀ, ਪਿਆਰ ਪੂਰਵਕ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਸਿੱਖ ਇਸ ਵਾਸਤੇ ਹਾਜ਼ਰੀ ਭਰਦਾ ਹੈ ਕਿ ਮੇਰਾ ਪਰਮਾਤਮਾ ਨਾਲ ਕੋਈ ਸੰਬੰਧ ਬਣ ਜਾਏ। ਆਪ ਨੂੰ ਪਤਾ ਹੋਵੇ ਭੇਟ ਸ਼ਬਦ ਦੇ ਅਰਥ ਕੀ ਨੇ। ਜਦੋਂ ਅਸੀਂ ਕਹਿੰਦੇ ਹਾਂ ਅਸੀਂ ਭੇਟਾ ਰੱਖੀ, ਭੇਟਾ ਦੇ ਅਰਥ ਵਸਤੂ ਨਹੀਂ, ਭੇਟ ਦਾ ਅਰਥ ਹੈ ਮੇਲ। ਭੇਟ ਗੁਰੂ ਅੱਗੇ ਰੱਖਣੀ ਕੀ ਹੈ? ਗੁਰੂ ਨਾਲ ਨਾਤਾ ਬਣਾਉਣਾ। ਕੁਛ ਐਸੀ ਭੇਟ ਰੱਖਾਂ ਕਿ ਇਸ ਨਾਲ ਨਾਤਾ ਬਣੇ। ਭੇਟ ਨਾਲ ਨਾਤਾ ਬਣਦਾ। ਇੱਕ ਸੱਜਣ ਰੋਜ਼ਾਨਾ ਤੁਹਾਡੇ ਕੋਲੋਂ ਲੰਘ ਜਾਏ, ਚੁੱਪ ਕਰਕੇ ਲੰਘ ਜਾਏ, ਨਾ ਤੁਸੀਂ ਬੁਲਾਓ ਨਾ ਉਹ ਬੋਲੇ, ਕੋਈ ਨਾਤਾ ਨਹੀਂ ਬਣਦਾ। ਸਾਰੀ ਉਮਰ ਗੁਜ਼ਰਦਾ ਰਹੇ ਕੋਲੋਂ, ਕੋਈ ਨਾਤਾ ਨਹੀਂ ਬਣਦਾ। ਪਰ ਇੱਕ ਦਿਨ ਤੁਸੀਂ ਪੁੱਛ ਲਵੋ ਤੁਸੀਂ ਕਿੱਧਰੋਂ ਆਏ ਹੋ, ਕਿੱਧਰ ਜਾਣਾ ਹੈ, ਪਾਣੀ ਦਾ ਇੱਕ ਗਿਲਾਸ ਹੀ ਕਿਸੇ ਨੂੰ ਦਿੱਤਾ ਜਾਏ, ਇਸ ਨਾਲ ਨਾਤਾ ਸ਼ੁਰੂ ਹੋ ਗਈ, ਇਸ ਨਾਲ ਸੰਬੰਧ ਜੁੜ ਗਿਆ। ਗੁਰੂ ਦੇ ਅੱਗੇ ਕੁਛ ਇਸ ਵਾਸਤੇ ਰੱਖ ਰਹੇ ਹਾਂ ਕਿ ਨਾਤਾ ਬਣ ਜਾਏ। ਚਾਹੁੰਦੇ ਹਾਂ ਜਿੱਥੋਂ ਵਿਛੜੇ ਹਾਂ, ਇਹ ਆਤਮਾ ਜਿਸ ਨਿਜ ਧਾਮ ਤੋਂ ਥੱਲੇ ਆਈ ਤੇ ਸੰਸਾਰ ਦੀਆਂ ਠੋਕਰਾਂ ਖਾਧੀਆਂ, ਉਸ ਨਿਜ ਧਾਮ ਵਿੱਚ, ਉਸ ਸੱਚਖੰਡ ਵਿੱਚ ਵਾਪਸ ਕਿਸ ਢੰਗ ਨਾਲ ਪਹੁੰਚ ਜਾਈਏ। ਅਸੀਂ ਗੁਰੂ ਦੀ ਸਹਾਇਤਾ ਚਾਹੁੰਦੇ ਹਾਂ। ਗੁਰੂ ਨੇ ਸਾਨੂੰ ਸ਼ਬਦ ਦੀ ਟੇਕ ਦਿੱਤੀ ਹੈ ਤਾਂ ਕਿ ਉਚੇਰੇ ਹੋ ਸਕੇ। ਪਰਮਾਤਮਾ ਨਾਲ ਨਾਤਾ ਕਿਵੇਂ ਬਣੇ? ਉਸ ਦੇ ਗੁਣਾਂ ਰਾਹੀਂ, ਉਸ ਦੇ ਨਾਮ ਰਾਹੀਂ। ਅਨੇਕਾਂ ਸੱਜਣ ਪੁੱਛਦੇ ਨੇ ਨਾਮ ਜਪਣ ਲੱਗੇ ਧਿਆਨ ਕਿੱਥੇ ਟਿਕਾਈਏ? ਇਸੇ ਭੁੱਲ ਤੋਂ ਮੂਰਤੀ ਪੂਜਾ ਸ਼ੁਰੂ ਹੋ ਗਈ ਕਿ ਮੂਰਤੀ ਲੈ ਲਓ, ਉਸ ਉੱਤੇ ਧਿਆਨ ਟਿਕਾਓ। ਪਰ ਮੂਰਤੀ ਨਾ ਆਪ ਥਿਰ ਹੈ ਤੇ ਨਾ ਮੂਰਤੀ ਤੇ ਟਿਕਾਇਆ ਹੋਇਆ ਧਿਆਨ ਥਿਰ ਹੈ। ਯਾਦ ਰੱਖਣਾ, ਮੂਰਤੀ ਭਾਵੇਂ ਕਾਗਜ਼ ਦੀ ਹੋਵੇ, ਸੋਨੇ ਦੀ ਹੋਵੇ, ਮਿੱਟੀ ਦੀ ਹੋਵੇ, ਪੱਥਰ ਦੀ ਹੋਵੇ, ਮੂਰਤੀ ਨੇ ਟੁੱਟ ਜਾਣਾ ਤੇ ਮੂਰਤੀ ਤੇ ਪਕਾਇਆ ਹੋਇਆ ਧਿਆਨ ਵੀ ਟੁੱਟ ਜਾਣਾ। ਕਿਸੇ ਸਰੀਰ ਤੇ ਧਿਆਨ ਪਕਾ ਲਓ, ਸਰੀਰ ਵੀ ਨਹੀਂ ਰਹਿਣਾ, ਉਹ ਧਿਆਨ ਵੀ ਨਹੀਂ ਰਹਿਣਾ, ਕਿਉਂਕਿ ਸਰੀਰ ਵੀ ਨਾਸਵਾਨ ਹੈ। ਗੁਰਦੇਵ ਪਾਤਸ਼ਾਹ ਨੇ ਇਸੇ ਵਾਸਤੇ ਕਹਿ ਦਿੱਤਾ ਸੀ। ਕਹਿਣ ਲੱਗੇ ਮੈਂ ਇਹ ਨਹੀਂ ਚਾਹੁੰਦਾ ਅੱਜ ਮੇਰਾ ਸਰੀਰ ਪੂਜਦੇ ਰਹੋ, ਕੱਲ ਨੂੰ ਮੇਰੀ ਤਸਵੀਰ ਪੂਜਦੇ ਰਹੋ। ਸਰੀਰ ਵੀ ਨਾਸਵਾਨ ਹੈ, ਇਸਨੇ ਨਹੀਂ ਰਹਿਣਾ। ਤਸਵੀਰ ਵੀ ਨਾਸਵਾਨ ਹੈ, ਇਸਨੇ ਨਹੀਂ ਰਹਿਣਾ। ਆਓ ਤੁਹਾਨੂੰ ਨਾਮ ਨਾਲ ਜੋੜਾਂ। ਤੇ ਨਾਮ ਕੀ ਹੈ? ਨਾਮ ਦੀ ਵਿਆਖਿਆ ਯੁੱਗਾਂ ਜੁਗਾਂਤਰਾਂ ਤੋਂ ਵਿਦਵਾਨ ਕਰਦੇ ਆਏ, ਪਰ ਗੱਲ ਅਣਕਹੀ ਰਹਿ ਗਈ। ਮੈਨੂੰ ਇੱਕ ਬਜ਼ੁਰਗ ਨੇ ਇੱਕ ਬੜੀ ਸੁੰਦਰ ਗੱਲ ਸੁਣਾਈ ਸੀ। ਉਹਨਾਂ ਮਹਾਂਪੁਰਖਾਂ ਦੇ ਮੈਂ ਤੇ ਦਰਸ਼ਨ ਨਾ ਕਰ ਸਕਿਆ ਜਿਨ੍ਹਾਂ ਦੀ ਉਹ ਗੱਲ ਕਰਦੇ ਸਨ। ਕਹਿਣ ਲੱਗੇ ਇੱਕ ਵਾਰ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ, ਜਿਨ੍ਹਾਂ ਸਿੱਖ ਧਰਮ ਦਾ ਬੜਾ ਪ੍ਰਚਾਰ ਕੀਤਾ, ਔਰ ਇਹ ਗੱਲ ਸੁਣਾਉਣ ਤੋਂ ਪਹਿਲਾਂ ਬੇਨਤੀ ਕਰਦੇ ਹਾਂ, ਬੰਗਲਾ ਸਾਹਿਬ ਕਥਾ ਕਰ ਰਹੇ ਸਨ। ਇੱਕ ਸੱਪ ਆਇਆ ਤੇ ਉਹਨੇ ਪੈਰ ਤੇ ਡੰਗ ਮਾਰੀ। ਸੇਵਕ ਸੱਪ ਨੂੰ ਮਾਰਨ ਲੱਗੇ, ਕਹਿਣ ਲੱਗੇ ਨਹੀਂ, ਇਹ ਲੇਖਾ ਮੁਕਾਉਣ ਆਇਆ, ਬਹੁਤ ਅੱਛਾ ਹੋਇਆ। ਮਹਾਰਾਜ ਤੁਹਾਨੂੰ ਸੱਪ ਨੇ ਡੰਗ ਕਿਉਂ ਮਾਰੇ? ਕਹਿਣ ਲੱਗੇ ਬਹੁਤ ਕਹਿੰਦੇ ਸਾਂ ਮੱਥੇ ਨਾ ਟੇਕੋ, ਪਰ ਲੋਕ ਜ਼ਬਰਦਸਤੀ ਕਰ ਜਾਂਦੇ ਸਨ। ਜਿਨ੍ਹਾਂ ਪੈਰਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੱਥੇ ਟੇਕੇ ਗਏ ਹੋਣ, ਉਹਨੂੰ ਸੱਪ ਨਾ ਡੰਗ ਮਾਰੇ ਤੇ ਹੋਰ ਕੀ ਹੋਵੇ? ਪਿਆਰ ਨਾਲ ਆਖੋ ਸਤਿਨਾਮ। ਇਹ ਸ਼ਬਦ ਉਹਨਾਂ ਆਪ ਕਹੇ ਸਨ। ਕਹਿਣ ਲੱਗੇ ਜਿਨ੍ਹਾਂ ਪੈਰਾਂ ਤੇ ਲੋਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਮੱਥੇ ਟੇਕੀ ਜਾਣ, ਇਹ ਲੇਖਾ ਮੁੱਕ ਗਿਆ, ਬਹੁਤ ਚੰਗਾ ਹੋਏ। ਸੰਤ ਤੇਜਾ ਸਿੰਘ ਐਮਏ, ਉਹਨਾਂ ਨੇ ਕਹਿੰਦੇ ਨੇ ਇੱਕ ਵਾਰ ਕਹਿ ਦਿੱਤਾ, ਮਹਾਂਪੁਰਖ ਦੱਸਣਗੇ ਨਾਮ ਕੀ ਹੈ। ਕਹਿੰਦੇ ਨੇ ਖੜੇ ਹੋ ਗਏ ਤੇ 20 ਮਿੰਟ ਖੜੇ ਰਹੇ ਪੂਰੇ। ਅੱਖਾਂ ਵਿੱਚੋਂ ਜਲ ਵਹਿ ਰਹੇ, ਮੂੰਹ ਤੋਂ ਇੱਕ ਸ਼ਬਦ ਨਹੀਂ ਆਖੇ। ਅਖੀਰ ਜੇ ਬੋਲੇ, ਕਹਿਣ ਲੱਗੇ ਸਾਧ ਸੰਗਤ,
ਇਹ ਦੱਸਿਆ ਨਹੀਂ ਜਾ ਸਕਦਾ ਨਾਮ ਕੀ ਹੈ, ਜਪਿਆ ਹੀ ਜਾ ਸਕਦਾ। ਜਪੋ ਨਾਮ ਬਾਰੇ ਮੈਂ ਦੱਸ ਦਿਆਂ ਫਿਰ ਤੇ ਮੈਂ ਨਾਮ ਤੋਂ ਵੱਡਾ ਹੋ ਗਿਆ। ਨਾਮ ਕੀ ਹੈ ਇਹ ਤੇ ਨਹੀਂ ਦੱਸਿਆ ਜਾ ਸਕਦਾ, ਬਿਲਕੁਲ ਨਹੀਂ। ਹਾਂ, ਪਰ ਕੁਛ ਪ੍ਰੇਰਨਾ ਹੈ। ਜਿਵੇਂ ਕੋਈ ਕਹਿ ਦੇਵੇ ਸਰੋਵਰ ਵਿੱਚ ਚਲੇ ਜਾਓ, ਇਸ਼ਨਾਨ ਕਰੋ, ਸ਼ਾਂਤੀ ਮਿਲੇਗੀ। ਇੰਨੀ ਵਿਆਖਿਆ ਨਾਲ ਸ਼ਾਂਤੀ ਨਹੀਂ ਮਿਲਣੀ। ਸਰੋਵਰ ਵਿੱਚ ਜਾਓਗੇ, ਪਾਣੀ ਵਿੱਚ ਇਸ਼ਨਾਨ ਕਰੋਗੇ ਤੇ ਸ਼ਾਂਤੀ ਮਿਲੇਗੀ। ਕਬੀਰ ਸਾਹਿਬ ਜੀ ਦਾ ਇੱਕ ਬੜਾ ਸੁੰਦਰ ਸ਼ਲੋਕ ਹੈ। ਲੋਕਾਂ ਪੁੱਛਿਆ, ਦੱਸੋ ਜੀ ਕੋਈ ਸੱਚਖੰਡ ਦਾ ਅਨੁਮਾਨ, ਦੱਸੋ ਨਾਮ ਰਸ ਦਾ ਕੋਈ ਅਨੁਮਾਨ। ਕਹਿਣ ਲੱਗੇ ਨਹੀਂ। कबीर चरण कमल की मौज को कहो कैसे उन्मान, कहबे को शोभा नहीं देखा ही परवान। उथे पहुंच जाओ तां पता लगेगा। हाँ, आपने ध्यान देना, जो इशारे मिले ने वो आप जी दे सामने मैं रखा। नाम रूप गुण ये तीन चीज़ां संबंधित ने। मसलन तुसी कह देंदे हो सेब, सेब एक नाम है, फिर उसका रूप है। वेख के कहते हो कच्चा है क्योंकि तुसी रंग वेख लिया, उसका रूप वेख लिया, उसका आकार है। नाम दे बाद रूप है, रूप तो बाद उसका गुण है, खट्टा है कि मिठा है, शरीर में जाके की करता है, इसका गुण है। हुण तुसी आखो सेब तुहाडे सामने आकार भी है ते गुण भी है। कह दियो अंब उसका आकार भी है, गुण भी है। तुसी कह दे वो केला उसका आकार भी है, गुण भी है, पर आखो परमात्मा कोई आकार बनता ही नहीं। प्यार नाल आखो सतनाम। आख दियो वाहिगुरु कोई आकार सामने आउंदा ही नहीं, वो ते निराकार है। हाँ, उसके गुण जरूर ने। परमात्मा दे जिन्ने नाम कहे ने की ने, उसके गुण कर्म नाम। कर्म नाम की हन? जिन्ने परमात्मा दे नाम रखे ने, किन्ना रखे? जिन्ने नाम संसार विच बंदियां दे ने, माता पिता ने रखे ने। बच्चा घर में जन्म लैंदा, कोई गुरुद्वारे आउंदा है, कोई मुल्लां कोल जांदा है, कोई किसी पंडित कोल। नाम माता पिता ने रखे आ, पर परमात्मा दे जिन्ने नाम ने सारे उसदे पुत्रां रखे, उसदे भगतां ने रखे। किसे ते दया कर दिती, उन्हें आखिया दयाल है। दयाल उसका नाम किसने रखिया? किसे भगत ने। किसे कह दिता वो कृपाल है, किसे ने कह दिता रहीम है, किसे कह दिता करीम है। सिख धर्म ने कह दिता वाहिगुरु है। प्यार नाल आखो सतनाम श्री वाह। भगतां ने परमात्मा दे नाम रखे कर्म नाम। गुरुदेव कहते ने एक नाम तेरा परा पुरवला है, तेरे सारे नाम मुक जान। नाम किवें मुकन? रिजक लैण वाला ही कोई ना रह जाए ते राजक नाम आपे मुक गया। राजक कौन आखेगा? रविदास कहते ने जे असी पापी ना रहीए, एक ना तेरा होर घट जाएगा। वो पता केड़ा? तेनू पतत पावन किसे नहीं आखना। असी पापी कायम हाँ ते तेनू पतत पावन आखिया जा रहा है। जो पै हम ना पाप करंता अह अनंता, तो पतत पावन नाम कैसे हुंता। गुरु गोबिंद सिंह साहब पातशाह एक बड़ा सुंदर बचन कहते ने वास्तव विच तेरा कोई भी नाम नहीं, क्योंकि एक नाम ऐसा नहीं कोई मिलता जेड़ा नाम लईए ते संपूर्ण तेरी व्याख्या हो जाए। वो कहते ने नमस्तंग अनामे नमस्तंग अठामे, हे ना रहत तेनू नमस्कार है, हे थां रहत तेनू नमस्कार है। गुरु नानक देव पातशाह एक बख्शिश करते ने, कहते ने किवें फिर उन्होंने गाइए, ध्यान किथे टिकाइए। जिन सेविया तिन पाया मान, नानक गाविया गुणी निधान। गुणा दे खजाने नू गुणा राही गाउणा है। उसका एक गुण अज मैं आप जी दे सामने रखा। पहला गुण केड़ा है कि एक है। ये गुण कदी अज घर नू लै जाइए ने नाल एक हो जाइए, बंदा एक कोई नहीं। एक हुंदा होया भी एक नहीं। इस दे अंदर ते भीड़ है। कई बार आपने अनुभव किया होवेगा, आपे ही सवाल करी जांदा, आपे ही जवाब दे जांदा। ये बंदा अकल्ला हुंदा होया भी अपने दुश्मन अपने नाल पैदा कर लैंदा।
अपने सवाल भी ते दुश्मन दे जवाब भी इकल्ला ही देई जांदा। इस दे अंदर ते बहुत वड्डी भीड़ है। भाई साहब भाई गुरदास का एक बड़ा प्यारा बचन मैनू याद आए। कहते ने गुड्डी क्यों उड़ रही आसमान विच, इस लई कि हवा है, ते बंदा भी तां उड्डिया फिरदा इस दे मगर भी कोई हवा है। कहते ने एक लाटू क्यों घुम रहा, डोरी दी मरोड़ है। बच्चे लाटू चलाते ने डोरी दी मरोड़ नाल। कहते ने बंदे नूं भी कोई मरोड़ है तां ही घुम रहा, इनू चैन नहीं आ रहा, बैठ नहीं रही। तीसरा प्रमाण दिता, सोना कुठाली च क्यों भटक रहा, इहदे विच खोट है। ते बंदा भी क्यों दरबदर खज्जल हो रहा, इहदे विच भी खोट है। कहते ने सोने विच ते खोट हो सकता है मुलम्मे दा, लाटू घुम रहा डोर दी मरोड़ नाल, गुड्डी उड़ रही है हवा नाल, ते बंदा वो कहते ने दुबदा नाल। प्यार नाल आखो सतना, दुबदा इस दे अंदर एक कोई नहीं। भाई साहब बड़ा सुंदर कहते ने, पवन गमन जैसे गुडिया उड़त रह, पवन रहत गुड्डी उड़ न सकत है। डोरी की मरोर जैसे लटुआ फिरत रह, ताव हाव मिटे गिर परे हुए थकत है। कंचन अशुद्ध ज्यों कुठारी ठहरात नहीं, शुद्ध भय नेचल शब के शकत है। दुबदा दुर्मत भरमत है चतर कुंठ, गुरमत टेक एक मोन ना बखत है। एकता किवें आवे रब एक है। श्री गुरु ग्रंथ साहब विच सब तो पहलों जे कोई अखर है ते ओह किहड़ा, अखर ना पाया उन्होंने एका पा दिता। अखरां दे अर्थ बहुत निकल आउंदे ने, एके दा अर्थ दो नहीं हो सकता। गुरु नानक देव कहते ने परमात्मा एक है। कि असी मन करके मन लिया परमात्मा एक है। संसार च जिन्ने धर्म ने की उन्हें मन लिया कि परमात्मा एक है। कि सानू मंदिर दे विचों भी वो आवाज आएगी परमात्मा दी, मसीत विचों भी वो आवाज आएगी जिहड़ी गुरुद्वारे विचों आउंदी है, गुरु गोबिंद सिंह साहब नूं आउंदी। एक उन्हां दा बचन है, द्योरा मसीत सोई पूजा और नमाज होई, मानस सब एक पै अनेक को प्रमाओ है। देवता अदेव जछ गंधर्व तुर्क हिंदू, न्यारे न्यारे देशन के भेष को प्रमाओ है। एके नैन एके कान एके दे एके बैन, खाक बाद आतश्यो आब को रुलाओ है। अल्लो भेख सोई पुराण और कुरान होई, एक ही स्वरूप सब एक ही बनाओ है। बंदे ने परमात्मा नाल कीता की, सियाणा दर्दे दिल बंदा अफसोस नाल भर जांदा है कि बंदे कीता की। एक छोटी जी कथा याद आई। एक महात्मा दे दो चेले सन ते बच्चे बड़े चंचल सन। एक नूं कहंदा जा पानी लिया, दूजे नूं कहो, कहंदा इनू आखो, मैनू ही वार वार कहंदे। ਉਹ ਦੂਜੇ ਨੂੰ ਕਹਿੰਦਾ ਜਾ ਇਹ ਕੰਮ ਕਰਕੇ ਆਓ, ਕਹਿੰਦਾ ਜੀ ਇਸ ਨੂੰ ਆਖੋ ਇਹ ਵੇਲਾ ਕੀ ਕਰਦਾ। ਮਹਾਤਮਾ ਸਿਆਣਾ ਸੀ, ਕਹਿਣ ਲੱਗਾ ਅੱਛਾ ਕਾਕਾ ਅੱਜ ਤੋਂ ਤੁਸੀਂ ਮੈਨੂੰ ਵੰਡ ਲਓ। ਸੱਜੀ ਲੱਤ ਤੇਰੀ ਤੇ ਖੱਬੀ ਇਹਦੀ, ਸੱਜੀ ਲੱਤ ਦਬਾਣੀ ਹੋਵੇ ਤੇ ਤੂੰ ਦਬਾਏਗਾ, ਖੱਬੀ ਦਬਾਣੀ ਹੋਵੇ ਇਹ ਦਬਾਏਗਾ। ਸੱਜੇ ਹੱਥ ਨਾਲ ਇਸ਼ਾਰਾ ਕਰਾਂ ਤੂੰ ਜਾਏਗਾ, ਖੱਬੇ ਹੱਥ ਨਾਲ ਇਸ਼ਾਰਾ ਕਰਾਂ ਤੇ ਤੂੰ ਜਾਏਗਾ। ਹੁਣ ਤੇ ਉਸਤਾਦ ਦੀਆਂ ਲੱਤਾਂ ਬਾਹਾਂ ਵੰਡੀਆਂ ਗਈਆਂ। ਕਹਿੰਦੇ ਨੇ ਇੱਕ ਦਿਨ ਸੇਵਾ ਕਰ ਰਹੇ ਸਨ, ਲੱਤਾਂ ਦਬਾ ਰਹੇ ਸਨ। ਇੱਕ ਨੇ ਦੂਸਰੀ ਲੱਤ ਨੂੰ ਹੱਥ ਲਾ ਦਿੱਤਾ। ਦੂਸਰਾ ਕਹਿਣ ਲੱਗਾ ਮੇਰੀ ਲੱਤ ਨੂੰ ਕਿਉਂ ਤੂੰ ਛੇੜੇ। ਉਹਦੇ ਕੋਲ ਡੰਡਾ ਪਿਆ ਸੀ, ਉਹਨੇ ਚੁੱਕਿਆ ਦੂਸਰੀ ਲੱਤ ਤੇ ਮਾਰ ਦਿੱਤਾ। ਉਹਦੇ ਕੋਲ ਵੀ ਇੱਕ ਡੰਡਾ ਹੈ ਸੀ, ਉਹਨੇ ਦੂਸਰੀ ਲੱਤ ਤੇ ਮਾਰਿਆ। ਤੇ ਗੁਰੂ ਹਰੀ ਆਖਣ ਲੱਗੇ ਲੱਤਾਂ ਤੋੜਨ ਲੱਗੇ ਹੋ ਕਿ ਸੇਵਾ ਕਰਨ ਲੱਗੇ ਹੋ। ਇਹ ਕਥਾ ਮੈਂ ਪੜ੍ਹੀ, ਇੰਜ ਜਾਪਿਆ ਕਿ ਰੱਬ ਦੀਆਂ ਵੀ ਬੰਦੇ ਲੱਤਾਂ ਹੀ ਤੋੜੀਆਂ ਨੇ, ਸੇਵਾ ਤੇ ਕੋਈ ਨਹੀਂ ਕੀਤੀ। ਹੁਣ ਜਿਨ੍ਹਾਂ ਨੇ ਮੰਦਰ ਢਾਏ ਰੱਬ ਦੀ ਸੇਵਾ ਕਰ ਰਹੇ ਨੇ, ਜਿਨ੍ਹਾਂ ਮਸੀਤਾਂ ਨੂੰ ਅੱਗ ਲਾਈ ਉਹ ਰੱਬ ਦੀ ਸੇਵਾ ਕਰ ਰਹੇ ਨੇ। ਔਰੰਗਜ਼ੇਬ ਨੂੰ ਇੱਕ ਪੱਤਰ ਲਿਖਿਆ ਸੀ ਇੱਕ ਵਿਦਵਾਨ ਨੇ। ਮਥੁਰਾ ਦਾ ਮੰਦਰ ਜਿਹੜਾ ਉਸ ਵੇਲੇ ਬੰਦੇਲੇ ਸਰਦਾਰ ਨੇ 33 ਲੱਖ ਰੁਪਇਆ ਖਰਚ ਕਰਕੇ ਬਣਾਇਆ ਸੀ, ਇਹਨੇ ਖਾਕ ਨਾਲ ਮਿਲਾ ਦਿੱਤਾ। ਉਸ ਥਾਂ ਤੇ ਮਸਜਿਦ ਬਣ ਗਈ। ਜਦੋਂ ਮਸੀਤ ਬਣੀ, ਇੱਕ ਪੱਤਰ ਇਹਨੂੰ ਮਿਲਿਆ। ਉਸ ਪੱਤਰ ਵਿੱਚ ਸਿਰਫ ਇੱਕ ਸ਼ੇਰ ਲਿਖਿਆ ਹੋਇਆ ਸੀ, ਬਾਬੀ ਕਾ ਰਾਮ ਤੇ ਬੁੱਤਖਾਨਾ ਮਰਾ ਐ ਸ਼ੇਖ ਕਿ ਚੂੰ ਖਰਾਬ ਕਰ ਦਖਾਨਾ ਖੁਦਾ ਮੇ ਗਰਦਦ।
ਐ ਸ਼ੇਖ ਤੂੰ ਸਫਲ ਨਹੀਂ ਹੋਇਆ। ਮੇਰੇ ਪ੍ਰਮਾਤਮਾ ਦਾ ਘਰ ਪ੍ਰਮਾਤਮਾ ਦਾ ਘਰ ਹੀ ਰਹਿਣਾ। ਤੂੰ ਮੰਦਰ ਢਾ ਕੇ ਮਸੀਤ ਬਣਾ ਦਿੱਤੀ। ਪਹਿਲੋਂ ਰਾਮ ਰਾਮ ਕਹਿੰਦੇ ਸਾਂ, ਹੁਣ ਅੱਲਾ ਕਹਿੰਦੇ ਆ। ਰੱਬ ਦਾ ਘਰ ਤੇ ਰੱਬ ਦਾ ਘਰ ਰਹਿਣਾ। ਆਖੋ ਸਤਨਾਮ। ਤੂੰ ਕੀ ਕੀਤਾ? ਤੂੰ ਪ੍ਰਮਾਤਮਾ ਦਾ ਕੁਝ ਸਵਾਰਿਆ ਨਹੀਂ, ਤੂੰ ਪ੍ਰਮਾਤਮਾ ਦਾ ਕੁਝ ਵਿਗਾੜਿਆ। ਐਸੇ ਮੰਦਰ ਹਨ ਜਿੱਥੇ ਗੈਰ ਹਿੰਦੂ ਨਹੀਂ ਜਾ ਸਕਦਾ। ਮੈਂ ਇਤਿਹਾਸਕ ਤੱਥ ਸਬੂਤ ਤੁਹਾਡੇ ਸਾਹਮਣੇ ਰੱਖ ਰਿਹਾ। ਜਗਨਨਾਥਪੁਰੀ ਚਲਾ ਗਿਆ ਫਕੀਰ ਕਾਰੇ ਸ਼ਾਹ ਸੀ, ਮੁਸਲਮਾਨ। ਮੁਸਲਮਾਨਾਂ ਦੇ ਘਰ ਜਨਮ ਹੋਇਆ। ਫਕੀਰ ਦਾ ਕਾਹਦਾ ਮਜ਼ਹਬ ਹੈ? ਮਜ਼ਹਬ ਹੁੰਦਾ ਤੇ ਮੰਦਰ ਲੈਣ ਕੀ ਜਾਣਾ ਸੀ। ਕਹਿੰਦੇ ਨੇ ਗਿਆ ਜਦੋਂ ਤੇ ਪੁਜਾਰੀਆਂ ਦਰਵਾਜ਼ੇ ਬੰਦ ਕਰ ਦਿੱਤੇ। ਸਾਹਮਣੇ ਖੜਾ ਹੋ ਕੇ ਇੱਕ ਦੁਆ ਕਰਦਾ ਹੈ, ਕਹਿੰਦਾ ਮਿਹਰਬਾਨ ਕਦਰਦਾਨ ਆਲਾ ਤू जहान बेच मुझसे गरीब का गुनाह माफ कीजिए। हिंदू का हो नाथ तो हमारा कुछ दावा नहीं, जगत का हो नाथ तो हमारी सुध लीजिए। जे ते हिंदुआं दा नाथ है फिर मैं इत्थे की करना होना। जे जगत दा नाथ है ते तेरे दरवाजे मेरे लिए बंद नहीं होने चाहिए। इतिहास कहता दरवाजे अपने आप खुल गए। जगत दा नाथ ते सारियां दा, किसी एक दा नहीं। की कोई दुनिया ते ऐसा मंदिर है जिथे सारियां नूं आउण दी खुल होवे कि जेड़ा आवे आ जाए? कि दुनिया च कोई ऐसा ग्रंथ है मुसलमानां दी कोई ऐसी किताब जिस विच हिंदू संतां दी बाणी भी होवे? है हिंदुआं दी कोई ऐसा ग्रंथ, ऐसी किताब जिस विच मुसलमान फकीरां दी भी बाणी होवे? नहीं। ना ते कोई मक्के जा सकदा गैर मुसलमान, ना जगन्नाथपुरी जा सकदा कोई गैर हिंदू। गुरु नानक देव ने तुहाडे ते बहुत वड्डी बख्शिश कीती। जे उन्हां दा रब एक है, उन्हां दे धार्मिक ग्रंथ विच भी परमात्मा एक है। एक बात वाला अपने ध्यान देना। अनेकां घरां विच मैं वेखिआ कुछ वस्तुआं ऐसियां ने जो सिर्फ शो पीस ने, ਕੰਮ ਵਿੱਚ ਆਉਣ ਵਾਲੀਆਂ ਚੀਜ਼ਾਂ ਨਹੀਂ, ਸਿਰਫ ਵੇਖਣ ਵਾਸਤੇ ਹੀ ਰੱਖੀਆਂ ਨੇ। ਔਰ ਵੇਖਣ ਵਾਸਤੇ ਜੋ ਰੱਖੀਆਂ ਨੇ ਬਹੁਤ ਜ਼ਿਆਦਾ। ਮੈਨੂੰ ਜਾਪਦਾ ਕੁਛ ਧਰਮ ਦੀਆਂ ਗੱਲਾਂ ਵੀ ਇਸੇ ਤਰ੍ਹਾਂ ਹੀ ਨੇ, ਸੁਣਨ ਵਾਸਤੇ ਹੀ ਨੇ, ਵਰਤੋਂ ਵਿੱਚ ਆਉਣ ਵਾਸਤੇ ਕੋਈ ਨਹੀਂ। ਪਰਮਾਤਮਾ ਸਰਵ ਵਿਆਪਕ ਹੈ, ਇੰਜ ਜਾਪਦਾ ਸੁਣਨ ਵਾਸਤੇ ਹੀ। ਸਵੇਰੇ ਮੈਂ ਇਸ ਗੱਲ ਦਾ ਜ਼ਿਕਰ ਤੁਹਾਡੇ ਸਾਹਮਣੇ ਕਰਾਂਗਾ। ਸਰਵ ਵਿਆਪਕ ਕੋਈ ਮੰਨਦਾ ਕਿ ਨਹੀਂ ਮੰਨਦਾ? ਪਰਮਾਤਮਾ ਇੱਕ ਹੈ। एक कह देना बड़ा सौखा है, एक मनना बहुत मुश्किल है। जुबान तो कह लेना परमात्मा एक है, कह देता, पर एक मनना परमात्मा एक है ये बड़ी मुश्किल गल। गुरु नानक देव पातशाह ने तुहाडे ते महान बख्शिश कीती। कुछ इतिहासक तत्थ मैं तुहाडे सामने रख रहा। कहंदे ने साहब जी पाक पटन गए जिसका नाम अजोदनवी सी। बाबा फरीद दे जानशीं शेख ब्रह्म जो 11वीं थां बैठे सन, ये गुरु नानक देव नूं मिले ने। साखीकारां साखी बड़े सुंदर ढंग नाल लिखी। कहंदे ने साहब जी बाहर उजाड़ विच बैठे सन, अमृत वेला होया ते कीर्तन आरंभ कीता। कीर्तन कर रहे सन। इधरों शेख ब्रह्म दा एक मुरीद लकड़ां चुन रहा सी जंगल दे विच अपने मुरीद दी सेवा वास्ते कि लकड़ां लैके जाना। ये लकड़ां नाल वो पानी गर्म करके अपने मुर्शद नूं इशनान करवाउंदा सी। इन्हें एक शब्द सुनिया, वो शब्द सी आपे पट्टी कलम आप उपर लेख बे तू, एको कहिया नानका दूजा काहे को। छेती नाल गया जाके कहन लगा महाराज एक बाहर फकीर आया ते साडे तो बिल्कुल उल्ट गल कर रहे है। क्योंकि साडा सिद्धांत ये कहंदा कि माइकाईल फरिश्ता जिहड़ा रोजी वंडदा, रोजी वंडन वाला फरिश्ता माइकाईल। कहंदे ने इसराफील है जिहड़ा एक नाद वजाएगा, उहदी फूक च इन्ना असर है मुर्दे सारे जी उठणगे, हिसाब होवेगा। इज़राइल जान कढ़न वाला है। जबराइल जो पैगंबरां तक रब दी वही पैगाम लिया के देंदा। कहंदे ने फरिश्ते ने, पर वो बाबा कहंदा आप ही आप है, एक है दूजा है ही कोई नहीं। गुरु नानक देव पातशाह ने
ਸਨਾਤਨ ਦੀ ਤ੍ਰਿਮੂਰਤੀ ਉੱਤੇ ਵੀ ਬਹੁਤ ਵੱਡਾ ਕਟਾਕਸ਼ ਕੀਤਾ। ਜਪਜੀ ਪੜ੍ਹਨ ਵਾਲੇ ਸੱਜਣ ਧਿਆਨ ਦੇਣ। ਏਕਾ ਮਾਏ ਜੁਗਤ ਵਿਆਏ ਤਿੰਨ ਚੇਲੇ ਪ੍ਰਵਾਨ। ਸਾਹਿਬ ਕਹਿੰਦੇ ਨੇ ਕਹਾਣੀ ਪ੍ਰਸਿੱਧ ਹੈ ਕਿ ਕਮਾਇਆ ਕਿਸੇ ਢੰਗ ਨਾਲ ਪ੍ਰਸੂਤ ਹੋਏ, ਤਿੰਨਾਂ ਪੁੱਤਰਾਂ ਨੂੰ ਜਨਮ ਦਿੱਤਾ। ਪ੍ਰਤੱਖ ਤੌਰ ਤੇ ਐਸੀ ਗੱਲ ਹੈ। ਉਹ ਕਿਹੜੇ ਨੇ? ਬ੍ਰਹਮਾ, ਵਿਸ਼ਨ, ਮਹੇਸ਼, ਮਾਇਆ ਦੇ ਪੁੱਤਰ। ਇਹ ਸੰਸਾਰ ਦਾ ਕੰਮ ਚਲਾ ਰਹੇ ਨੇ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕ ਸੰਸਾਰੀ ਹੈ। ਸੰਸਾਰੀ ਕੌਣ ਹੈ? ਬ੍ਰਹਮਾ ਜੋ ਪੈਦਾ ਕਰ ਰਹੇ। ਭੰਡਾਰੀ ਹੈ ਵਿਸ਼ਨੂੰ। ਦੀਵਾਨ ਕਚਹਿਰੀ ਲਾ ਕੇ ਸੰਘਾਰ ਕੌਣ ਕਰ ਰਿਹਾ? ਸ਼ਿਵ ਜੀ। ਸਾਹਿਬ ਕਹਿੰਦੇ ਨੇ ਪਰ ਇਹ ਗੱਲ ਨਹੀਂ, ਗੱਲ ਹੋਰ ਹੈ। ਅਗਲੀ ਪੰਕਤੀ ਵਿੱਚ ਇਸ ਗੱਲ ਨੂੰ ਖੰਡਨ ਕਰ ਦਿੱਤਾ। ਕਹਿੰਦੇ ਨੇ ਇੱਕ ਪ੍ਰਮਾਤਮਾ ਚਲਾ ਰਿਹਾ, ਤਿੰਨ ਨਹੀਂ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਡਾਨ। ਅਸਚਰਜ ਗੱਲ ਇਹ ਹੈ ਕਿ ਜੀਵਾਂ ਨੂੰ ਉਹ ਤੇ ਵੇਖ ਰਹੇ, ਪਰ ਪ੍ਰਮਾਤਮਾ ਨਜ਼ਰ ਨਹੀਂ ਆ ਰਿਹਾ। ਇਸ ਲਈ ਭੁੱਲ ਪੈਦਾ ਹੋ ਜਾਂਦੀ ਹੈ। ਦੇਵਤੇ ਥਾਪ ਲੈਂਦੇ, ਉਹਨਾਂ ਉੱਤੇ ਧਿਆਨ ਟਿਕਾਉਣ ਲੱਗ ਪੈਂਦੇ ਆ। ਇੱਕ ਸ਼ਕਤੀ ਹੈ ਜੋ ਸਾਰਿਆਂ ਨੂੰ ਚਲਾ ਰਹੀ। ਕਹਿੰਦੇ ਨੇ ਸ਼ੇਖ ਬ੍ਰਹਮ ਨੇ ਇੱਕ ਸੰਦੇਸ਼ਾ ਭੇਜਿਆ। ਉਹ ਲਿਖਿਆ ਸੀ, ਇੱਕੋ ਸਾਹਿਬ ਦੋਨੋਂ ਹੱਦ, ਕਿਹੜਾ ਸੇਵੀ ਕਿਹੜਾ ਰੱਦ। ਸਾਹਿਬ ਤੇ ਇੱਕ ਹੈ ਪਰ ਹੱਦਾਂ ਦੋ, ਹਿੰਦੂ ਤੇ ਮੁਸਲਮਾਨ। ਕਿਹੜਾ ਠੀਕ ਹੈ? ਕਿਸ ਦੀ ਸ਼ਰ੍ਹਾ ਧਾਰਨ ਕਰੀਏ? ਸਾਹਿਬਾਂ ਜਵਾਬ ਘੱਲਿਆ, ਇੱਕੋ ਸਾਹਿਬ ਇੱਕੋ ਹੱਦ, ਇੱਕੋ ਸੇਵੀ ਦੂਜਾ ਰੱਦ। ਇੱਕ ਨੂੰ ਸੇਵ ਲਵੋ, ਦੂਜਾ ਕੋਈ ਨਹੀਂ। ਗੁਰਦੇਵ ਜਦੋਂ ਆਏ ਬੜੇ ਸਵਾਲ ਜਵਾਬ ਹੋਏ। ਇੱਕ ਸਵਾਲ ਇਹਨੇ ਕੀਤਾ ਸੀ, ਕਹਿਣ ਲੱਗਾ ਬਾਬਾ ਜੀ ਇਹ ਦੱਸੋ ਕੋਈ ਕੰਮ ਐਸਾ ਹੈ ਜਿਹੜਾ ਪ੍ਰਮਾਤਮਾ ਵੀ ਨਾ ਕਰ ਸਕੇ? ਬਹੁਤ ਵੱਡਾ ਅਹਿਮ ਮਸਲਾ ਸਾਹਮਣੇ ਰੱਖ ਦਿੱਤਾ। ਸਾਹਿਬ ਜੀ ਕਹਿੰਦੇ ਨੇ ਇੱਕ ਕੰਮ ਹੈ ਜਿਹੜਾ ਰੱਬ ਵੀ ਨਹੀਂ ਕਰ ਸਕਦਾ, ਪ੍ਰਮਾਤਮਾ ਵੀ ਨਹੀਂ ਕਰ ਸਕਦਾ। ਭਾਈ ਮਰਦਾਨਾ ਜੀ ਵੀ ਅੱਜ ਹੈਰਾਨ ਨੇ, ਸੁਣਨ ਵਾਲੇ ਤੁਸੀਂ ਵੀ ਹੈਰਾਨ ਹੋਵੋਗੇ। ਗੁਰੂ ਨਾਨਕ ਦੇਵ ਨੇ ਕਹਿ ਦਿੱਤਾ ਕਿ ਇੱਕ ਕੰਮ ਐਸਾ ਹੈ ਜਿਹੜਾ ਰੱਬ ਵੀ ਨਹੀਂ ਕਰ ਸਕਦਾ। ਉਹ ਕਹਿਣ ਲੱਗੇ ਕਿਹੜਾ? ਕਹਿਣ ਲੱਗੇ ਦੂਜਾ ਰੱਬ ਵੀ ਨਹੀਂ ਬਣਾ ਸਕਦਾ। ਆਖੋ ਸਤਨਾਮ। ਆਪੇ ਆਪ ਹੈ, ਇਕੱਲਾ ਹੀ ਹੈ। ਉਹ ਲਾ ਸ਼ਰੀਕ ਹੈ, ਪ੍ਰਮਾਤਮਾ ਦਾ ਕੋਈ ਸ਼ਰੀਕ ਨਹੀਂ, ਆਪੇ ਆਪ ਹੈ। ਇੱਕ ਇਹੋ ਜਿਹਾ ਮਸਲਾ ਬਗਦਾਦ ਵਿੱਚ ਗੁਰਦੇਵ ਦੇ ਸਾਹਮਣੇ ਵੀ ਆਇਆ ਸੀ। ਦਸਤਗੀਰ ਨੇ 4 ਸਵਾਲ ਗੁਰੂ ਨਾਨਕ ਦੇਵ ਦੇ ਸਾਹਮਣੇ ਰੱਖੇ ਸਨ। ਕਹਿਣ ਲੱਗੇ ਦੱਸੋ ਪ੍ਰਮਾਤਮਾ ਦਾ ਮੂੰਹ ਕਿਹੜੇ ਪਾਸੇ? ਕਹਿੰਦੇ ਨੇ ਗੁਰਦੇਵ ਨੇ ਮੋਮਬੱਤੀ ਬਾਲ ਦਿੱਤੀ। ਕਹਿਣ ਲੱਗੇ ਲਾਟ ਉੱਪਰ ਜਾ ਰਹੀ ਹੈ ਤੇ 4 ਛਪੇਰੇ ਇਸ ਦਾ ਮੂੰਹ ਹੈ। ਇਸੇ ਤਰ੍ਹਾਂ ਉਹ ਸਦਾ ਚੜ੍ਹਦੀ ਕਲਾ ਵਿੱਚ ਹੈ, ਹਰ ਪਾਸੇ ਉਸ ਦਾ ਮੂੰਹ। ਕਹਿਣ ਲੱਗਾ ਦਿਸਦਾ ਕਿਉਂ ਨਹੀਂ? ਸਾਹਿਬ ਕਹਿੰਦੇ ਨੇ ਦੁੱਧ ਲਿਆ, ਕੁਛ ਦੁੱਧ ਆ ਗਿਆ। ਸਾਹਿਬ ਵਿੱਚ ਹੱਥ ਫੇਰ ਕੇ ਕਹਿੰਦੇ ਨੇ ਸੁਣਿਆ ਦੁੱਧ 'ਚ ਮੱਖਣ ਹੁੰਦਾ। ਕਹਿਣ ਲੱਗੇ ਹੁੰਦਾ, ਇਹਦੇ ਵਿੱਚੋਂ ਤੇ ਕੋਈ ਨਹੀਂ ਨਿਕਲਦਾ ਪਿਆ। ਕਹਿਣ ਲੱਗਾ ਇਸ ਤਰ੍ਹਾਂ ਨਹੀਂ, ਗਰਮ ਕਰਾਂਗੇ, ਫਿਰ ਜਾਗ ਲਾਵਾਂਗੇ, ਫਿਰ ਰਿੜਕਾਂਗੇ ਤਾਂ ਨਜ਼ਰ ਆਏਗਾ। ਸਾਹਿਬ ਕਹਿੰਦੇ ਨੇ ਤੇਰੇ ਕੋਲ ਤੇ ਦੁੱਧ ਹੀ ਕੋਈ ਨਹੀਂ ਸ਼ੁਭ ਕਰਮਾਂ ਦਾ, ਤੂੰ ਤੇ ਜਾਗ ਹੀ ਨਹੀਂ ਲਾਈ, ਤੂੰ ਘੱਲਣਾ ਹੀ ਨਹੀਂ ਘਾਲੀ, ਤੈਨੂੰ ਪ੍ਰਮਾਤਮਾ ਕਿਵੇਂ ਨਜ਼ਰ ਆ ਜਾਏ? ਤੀਸਰਾ ਸਵਾਲ ਉਹਨੇ ਕੀਤਾ ਸੀ। ਕਹਿਣ ਲੱਗਾ ਬਾਬਾ ਜੀ ਉਹ ਪ੍ਰਮਾਤਮਾ ਕਰਦਾ ਕੀ? ਸਾਹਿਬ ਜੀ ਕਹਿਣ ਲੱਗੇ ਤੂੰ ਰਾਜ ਗੱਦੀ ਤੇ ਬੈਠਾ ਹੈ ਤੇ ਮੈਂ ਥੱਲੇ ਖੜਾ, ਜਰਾ ਮੇਰੇ ਥਾਂ ਤੇ ਤੂੰ ਆ, ਤੇਰੇ ਤੇ ਮੈਂ ਆਵਾਂ, ਫੇਰ ਦੱਸਾਂਗਾ। ਦਿਮਾਗ ਦੀ ਭੁੱਖ ਬਹੁਤ ਕੁਛ ਕਰਵਾਉਂਦੀ। ਆਪ ਨੂੰ ਪਤਾ ਹੈ ਪੇਟ ਦੀ ਭੁੱਖ ਵੀ ਬੰਦੇ ਨੂੰ ਭਿਖਾਰੀ ਬਣਾ ਕੇ ਰੱਖ ਦਿੰਦੀ, ਦਿਮਾਗ ਦੀ ਭੁੱਖ ਵੀ ਐਸਾ ਕਰਦੀ ਹੈ। ਛੇਤੀ ਨਾਲ ਥੱਲੇ ਆਇਆ, ਖੜਾ ਹੋਇਆ। ਸਾਹਿਬ ਜੀ ਕਹਿੰਦੇ ਨੇ ਉਸ ਗੱਦੀ ਤੇ ਬੈਠ ਗਏ ਤੇ ਬੈਠ ਕੇ ਕਹਿਣ ਲੱਗੇ ਪਤਾ ਲੱਗਾ ਹੈ ਕਿ ਨਹੀਂ? ਕਹਿਣ ਲੱਗਾ ਜੀ ਨਹੀਂ ਲੱਗਾ। ਕਹਿਣ ਲੱਗੇ ਜਿਹੜੇ ਮੁਜਰਮ ਬਣ ਕੇ ਪੈਰਾਂ 'ਚ ਖਲੋਤੇ ਨੇ ਉਹਨਾਂ ਨੂੰ ਰਾਜ ਗੱਦੀ ਤੇ ਬਿਠਾ ਦਿੰਦਾ, ਜਿਹੜਾ ਗੱਦੀਆਂ ਤੇ ਬੈਠੇ ਨੇ ਉਹਨਾਂ ਨੂੰ ਪੈਰਾਂ 'ਚ ਖੜੇ ਕਰ ਦਿੰਦਾ। ਪਰਮਾਤਮਾ ਇਹ ਕੁਛ ਕਰਦਾ। ਆਖਰ ਕਹਿਣ ਲੱਗਾ ਜੀ ਪਰਮਾਤਮਾ ਤੋਂ ਪਹਿਲੋਂ ਕੀ ਸੀ? ਖੁਦਾ ਤੋਂ ਪਹਿਲੇ ਕੀ ਹੈ? ਗੁਰਦੇਵ ਪਾਤਸ਼ਾਹ ਨੇ ਵੇਖਿਆ ਇਸ ਦੇ ਕੋਲ ਕੁਛ ਮੋਤੀ ਪਏ ਨੇ। ਕਹਿਣ ਲੱਗੇ ਤੈਨੂੰ ਗਿਣਨਾ ਆਉਂਦਾ? ਕਹਿਣ ਲੱਗਾ ਆਉਂਦਾ। ਸਾਹਿਬ ਕਹਿੰਦੇ ਨੇ ਗਿਣ। ਜਦੋਂ ਗਿਣਨ ਲੱਗਾ ਕਹਿਣ ਲੱਗਾ 1 2 3 4। ਸਾਹਿਬ ਕਹਿੰਦੇ ਨੇ ਗਲਤ ਹੈ। ਫੇਰ ਗਿਣਨ ਲੱਗਾ, ਕਹਿਣ ਲੱਗਾ ਜਿੱਥੋਂ ਗਲਤ ਹੋਇਆ ਦੱਸਿਓ। ਇੱਕ ਹੀ ਇਹਨੇ ਆਖਿਆ, ਉਹਨਾਂ ਬਾਂਹ ਫੜ ਲਈ।
कहन लगे इथों की गलत है, एक तो पहलों की है? कहन लगा जी एक तो पहलों ते कुछ भी नहीं। साहब कहते ने एक तो पहलों वाकई ही कुछ नहीं, आपे आप है और एक है परमात्मा। उस एक दे पुजारी ने साडे ते बख्शिश कीती। सिख धर्म अज उच्ची बांह करके गल कह सकदा है असी एक दी गल कीती है, क्योंकि तुहाडे कोल मंदिर वो है जिथे एक दी गल है। परमात्मा एक है, उहदे सारे बंदे एक ने। इसे वास्ते हरिमंदर साहब दे 4 दरवाजे रखे गए कि चौहां मजहबां विचों कोई आवे, चौहां वर्णां विचों कोई आवे और किसी दरवाजे राही आ जावे, परमात्मा दे दर सदा सारियां लई खुले रहिंदे ने। खुले रखे परमात्मा एक है। दूसरी गल धन श्री गुरु ग्रंथ साहब विच उन्हां ने कमाल कर दित्ती। इत्थे कृष्ण दी बंसरी दी गल भी है, इत्थे नमाज दी गल भी है। मैं दोवें पंक्तियां तुहाडे सामने रख दियां। जे नामदेव जी कहंदे ने तन तन ओ राम बेन बाजे, मदर मदर धुन अनहद गाजे, तन तन मेघा रोमावले, तन तन कृष्ण ओडै कांबले, तन तन तू माता देवकी, जे गृह रमैया कवलापति, तन तन बनखंड बिंदरा बना, जे खेलै श्री नारायणा, बेन बजावै गोदन चरै, नामे का स्वामी आनंद करै। नाल बाणी च भी लिखिया फरीदा बेनिवाजा कुत्तिया, ए ना भली रेत, कबही चल न आयो पंजे वक्त मसेत। गुरदेव ने टुटे होए विभाजो तो इंसान नू जोड़ दिता, उन्हें एक संगत बनाई। धन गुरु अमरदास जी दे जीवन बिरतांत विच एक बड़ी सुंदर घटना आउंदी। कुछ बंदे ऐसे सन संगत विच बैठ के नाम सिमरन ते करदे सन, कथा कीर्तन ते सुनदे सन, पर जदों लंगर दी वारी आउणी उस वेले उठ के चले जाना। कहंदे सन लंगर नहीं नाल बैठ के छकना। कर्मकांडी सन, बहुत सारे ब्राह्मण भी आ जांदे सन। साहिबां कह दिता जिहड़ा पंगत विच ना बैठे उहनूं संगत विच भी ना वड़न दिओ। आखो सतनाम। ये जिहड़ा बचन है इहनूं ध्यान नाल पढ़ना है आपने। पहले पंगत फिर संगत, इहदा भाव की सी? जिहड़ा लंगर चों प्रशादा छके उहनूं इत्थे बहण दिओ, नहीं ते नहीं। वो चाहते सन कि सारियां नूं एक करना। तुहाडे कोल ऐसा धार्मिक ग्रंथ है जो एकता दा उपदेश दिंदा। वनोबा भावे नूं कहना पिया सी, कहन लगा अज मैनूं पता लगा कि श्री गुरु ग्रंथ साहब विच साडा हिस्सा ज्यादा। टैगोर ने भी यह गल कही सी। कहन लगा भुले ही रहे हैं, एक ही ग्रंथ है हिंदुस्तान विच जो सब दा साझा, सारे जिसनूं अपना कह सकते ने। उपदेश ते है साडे कोल बहुत। हुण एक गल आखिरी करके मैं समाप्त करां कि नीयत एक होण दी है कि नहीं। जे ते नीयत एक होण दी होवे फिर साडे कोल दात बहुत वड्डी। इंज जापदा कुछ गल्लां बंदा मूँह तो करनियां ही चाहता, कमाणियां नहीं चाहता। एक अंतम बेनती, मैं सुनिया एक सज्जन 20 साल मंदिर च बैठे रह ते रोज मंगदे सन दाता मुक्त कर दे, मुक्त कर दे, मंगदे सन उची उची। बड़ा रोना भी कई बार, मैनू कदों मुक्त करेगा, ये दुखा भरे शरीर तो कदों छुटकारा मिलेगा। एक दिन कहते ने भगवान प्रगट हो गए। कहन लगे भगता बड़ी बंदगी कीती है, लै अज ही मुकत है, हुण तैनू घर नहीं जान देना। दुखा भरे शरीर तो इत्थे ही छुटकारा, ते ये ते कदी ध्यान ही नहीं सी कीता, तैयारी ते है ही कोई नहीं सी। कहन लगा जी हुणे ही? कहन लगे हाँ। कहन लगा एक फेरा ते घर मार आउण दिओ। वैसे जिन्हें भी कहना होवे ना मुक्ति चाहिदी है, पहलो तैयारी कर लैनी, नहीं तो इहो ही हाल होवेगा। कहन लगा एक फेरा कर। कहन लगे छेती आ जा। अगे नेम नाल आउंदा सी, हुण आया नहीं। कहंदे ने भगवान ही चले गए। जाके कहंदे ने क्यों भाई? कहन लगा जी पुत्र ते विआह लैण दिओ। मेरे नाल धोखा करदा रहा, रोज मंगदा रहा मुक्ति। कहन लगे पुत्र विआह लै। पुत्र विआह आ गया। हुण भगवान कहंदे ने क्यों भाई, की तेरी मर्जी है? कहन लगा जी पोतरा ते वेख लैण दिओ। ते बंदे दियां आसां अगे ही अगे ने। पोतरा भी आ गया। कहन लगे हुण की मर्जी है? पता है उन्हें की आखिया सी? कहन लगा हुण पिछा ही नहीं छड्डदे, लोड़ होई ते मैं आपे आवांगा, नहीं ते तुसीं ना आउणा। आखो सतनाम। 20 साल कहंदा रहा मुक्ति दे दिओ, मुक्ति दे दिओ। साहिब ते एक है। मैं अर्ज करां एक होण दी नीयत साडी है कि नहीं? दुबदा ने पटकाया
जिस दिन एक हो गए, एक जड़ा हो गया वो परमात्मा बन गया। बस इस दुबदा नूं मुकाउणा है, ऐसा कोई जे दुबदा मार मुकावे। परमात्मा एक है, गुरु 10 हुंदे होए भी एक ने, साध संगत विच अनेकां बैठे होए एक किवें हो जाइए। ये एका नाल लै जाइए ते सब कुछ मिल गया। सब्बे थोक प्राप्ते जे आवे एक हथ, हथ विच एक आ गया ते सब कुछ मिल गया। उस अनेकता विचों एकता तक किवें पहुंचीए, ये गुरमत सिद्धांत आप जी ने ज़हन नशीं करना। वो सर्वव्यापक किवें, ये सवेरे आप जी दे चरनां 'च बेनती करांगा। परमात्मा दे गुण जो श्री गुरु ग्रंथ साहिब विच आए ने, मैं चाहना लड़ीवार इन्हां दी व्याख्या मैं आप जी दे सामने पुछ रखा। भुल्लां चुकां मुआफ। वाहिगुरू जी का खालसा, वाहिगुरू जी की फतेह।